ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 607 ਤੋਂ ਲੈ ਕੇ 608 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਸੋਰਠ ਮਹੱਲਾ ਚੌਥਾ। ਦੋ ਤੁਕੇ। ਅਨੇਕ ਜਨਮ ਵਿਛੜੇ ਦੁਖ ਪਾਇਆ, ਮਨ ਮੁਖ ਕਰਮ ਕਰੈ ਅਹੰਕਾਰੀ। ਸਾਧੂ ਪਰਸਤ ਹੀ ਪ੍ਰਭ ਪਾਇਆ, ਗੋਬਿੰਦ ਸਰਣ ਤੁਮਾਰੀ। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ। ਜਬ ਸਤ ਸੰਗ ਭਏ ਸਾਧੂ ਜਨ, ਹਿਰਦੈ ਮਿਲਿਆ ਸਾਂਤ ਮੁਰਾਰੀ। ਰਹਾਓ। ਹਾਂਜੀ ਸੰਗਤ ਜੀ, ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਅਸੀਂ ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਹਾਂ ਪਰਮੇਸ਼ਰ ਨਾਲੋਂ, ਤਦੇ ਹੀ ਦੁੱਖ ਪਾ ਰਹੇ ਹਾਂ। ਜਿਹੜੇ ਮਨਮੁਖ ਜੀਵ ਨੇ ਉਹ ਹੁਣ ਵੀ ਹੰਕਾਰ ਦੇ ਵਿੱਚ ਕਰਮ ਕਮਾ ਰਹੇ ਨੇ। ਪਹਿਲਾਂ ਹੀ ਅਨੇਕਾਂ ਜਨਮਾਂ ਦੇ ਵਿਛੜੇ ਹੋਏ ਨੇ ਤੇ ਜਨਮ ਹੋਇਆ। ਜੇ ਵਿਛੜਾ ਹੀ ਨਹੀਂ ਹੁੰਦਾ ਫਿਰ ਤੇ ਪਰਮਾਤਮਾ ਦੇ ਚਰਨਾਂ 'ਚ ਅਟੱਲ ਰਹਿਣਾ ਸੀ, ਜਨਮ ਹੋਣਾ ਹੀ ਨਹੀਂ ਸੀ। ਤੇ ਹੁਣ ਵੀ ਉਹੋ ਜਿਹੇ ਕਰਮ ਕਰ ਰਹੇ ਨੇ। ਜਦੋਂ ਕਹਿੰਦੇ ਸਾਧੂ ਜਨਾਂ ਦੀ ਸੰਗਤ ਹੋਈ, ਉਹਨਾਂ ਦੀ ਸ਼ਰਨ ਵਿੱਚ ਗਏ, ਫਿਰ ਪਰਮੇਸ਼ਰ ਪਾ ਲਿਆ। ਉਹਨਾਂ ਨੂੰ ਮਿਲਿਆ, ਪਰਮੇਸ਼ਰ ਦੇ ਨਾਲ ਪ੍ਰੀਤ ਲੱਗ ਗਈ। ਪਰਮੇਸ਼ਰ ਦੇ ਨਾਲ ਪ੍ਰੀਤ ਬੜੀ ਹੀ ਪਿਆਰੀ ਹੈ। ਜਦੋਂ ਕਹਿੰਦੇ ਸਾਧੂ ਜਨਾਂ ਦੀ ਸੰਗਤ ਕੀਤੀ, ਗੁਰੂ ਦੀ ਸੰਗਤ ਕੀਤੀ, ਤਾਂ ਹਿਰਦੇ ਦੇ ਵਿੱਚ ਹੀ ਪਰਮੇਸ਼ਰ ਮਿਲ ਪਿਆ ਕਿ ਉਹਦਾ ਟਿਕਾਣਾ ਹੀ ਹਿਰਦੇ ਵਿੱਚ ਆ। ਜਿਹਨੇ ਹਿਰਦਾ ਖੋਜਿਆ ਉਹਨੇ ਲੱਭ ਲਿਆ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ। ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੈ ਗੁਣ ਵਿਚਾਰੀ। ਕਹਿੰਦੇ ਹੈ ਪਰਮੇਸ਼ਰ ਜੀ, ਤੂੰ ਹਿਰਦੇ ਵਿੱਚ ਗੁਪਤ ਰੂਪ ਵਿੱਚ ਵਸ ਰਿਹਾ ਹੈ, ਹਰ ਇੱਕ ਘਟ ਦੇ ਵਿੱਚ। ਪਰ ਅਸੀਂ ਜੀਵ ਕਹਿੰਦੇ ਤੇਰੇ ਇਸ ਪ੍ਰੇਮ ਨੂੰ ਨਹੀਂ ਜਾਣਦੇ ਹੈਗੇ। ਜਦੋਂ ਸਤਿਗੁਰ ਦੇ ਨਾਲ ਮਿਲਾਪ ਹੁੰਦਾ, ਫਿਰ ਕਹਿੰਦੇ ਪਰਮੇਸ਼ਰ ਪ੍ਰਤੱਖ ਹੋ ਜਾਂਦਾ। ਫਿਰ ਜੀਵ ਪਰਮੇਸ਼ਰ ਦੇ ਗੁਣ ਗਾਉਂਦਾ, ਗੁਣਾਂ ਦੀ ਵਿਚਾਰ ਕਰਦਾ ਰਹਿੰਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਗੁਰਮੁਖ ਪ੍ਰਗਾਸ ਪਿਆ, ਸਾਤ ਆਈ, ਦੁਰਮਤ ਬੁੱਧ ਨਿਵਾਰੀ। ਆਤਮ ਬ੍ਰਹਮ ਚੀਨ ਸੁਖ ਪਾਇਆ, ਸਤ ਸੰਗਤ ਪੁਰਖ ਤੁਮਾਰੀ। ਫਿਰ ਕਹਿੰਦੇ ਗੁਰੂ ਦੇ ਸਨਮੁਖ ਹੋਇਆਂ ਜੀਵ ਨੂੰ ਆਤਮਿਕ ਚਾਨਣ ਹੋ ਜਾਂਦਾ। ਉਹਦੀ ਜਿਹੜੀ ਮਾੜੀ ਮੱਤ ਹੁੰਦੀ ਆ ਵਿਕਾਰਾਂ ਵਾਲੀ, ਉਹ ਖਤਮ ਹੋ ਜਾਂਦੀ ਆ। ਉਹ ਆਪਣੇ ਅੰਤਰ ਆਤਮੇ ਪਰਮੇਸ਼ਰ ਨੂੰ ਜਾਣ ਕੇ ਸੁੱਖ ਵਿੱਚ ਰਹਿੰਦਾ। ਇਹ ਸਭ ਕੁਛ ਕਹਿੰਦੇ ਪਰਮੇਸ਼ਰ ਜੀ ਤੇਰੀ ਸਤ ਸੰਗਤ ਦੀ ਮਿਹਰ ਸਦਕਾ ਹੁੰਦਾ। ਪੁਰਖੈ ਪੁਰਖ ਮਿਲਿਆ ਗੁਰ ਪਾਇਆ, ਜਿਨ ਕੋ ਕਿਰਪਾ ਪਈ ਤੁਮਾਰੀ। ਨਾਨਕ ਅਤੁਲ ਸਹਿਜ ਸੁਖ ਪਾਇਆ, ਅਨ ਦਿਨ ਜਾਗਤ ਰਹੇ ਬਨਵਾਰੀ। ਕਹਿੰਦੇ ਫਿਰ ਜਿਸ ਜੀਵ ਨੂੰ ਪਰਮੇਸ਼ਰ ਨੇ ਗੁਰੂ ਮਿਲਾ ਦਿੱਤਾ, ਜਿਹਦੇ 'ਤੇ ਪਰਮੇਸ਼ਰ ਨੇ ਕਿਰਪਾ ਕੀਤੀ, ਫਿਰ ਗੁਰੂ ਦੇ ਰਾਹੀਂ ਪਰਮੇਸ਼ਰ ਮਿਲ ਗਿਆ। ਇਸ ਤਰ੍ਹਾਂ ਕਹਿੰਦੇ ਜਦੋਂ ਜੀਵ ਦੀ ਪਰਮੇਸ਼ਰ ਦੀ ਨਾਲ ਸਾਂਝ ਪੈ ਜਾਂਦੀ ਆ, ਫਿਰ ਉਹ ਹਮੇਸ਼ਾ ਮਾਇਆ ਵੱਲੋਂ ਵਿਕਾਰਾਂ ਵੱਲੋਂ ਜਾਗਦੇ ਰਹਿੰਦੇ ਨੇ ਅਤੇ ਹਮੇਸ਼ਾ ਆਤਮਿਕ ਅਡੋਲਤਾ ਦੇ ਵਿੱਚ ਸੁੱਖ ਪਾਉਂਦੇ ਨੇ। ਸੋਰਠ ਮਹੱਲਾ ਚੌਥਾ। ਹਰਿ ਸਿਉ ਪ੍ਰੀਤ ਅੰਤਰ ਮਨ ਵੇਦਿਆ, ਹਰਿ ਬਿਨ ਰਹਿਣ ਨਾ ਜਾਈ। ਜਿਉ ਮਛਲੀ ਬਿਨ ਨੀਰੈ ਬਿਨਸੈ, ਤਿਉ ਨਾਮੈ ਬਿਨ ਮਰ ਜਾਈ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰਿ ਨਾਈ। ਹਉ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸਾਂਤ ਪਾਈ। ਰਹਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਦਾ ਕਹਿੰਦੇ ਅੰਦਰੋਂ ਮਨ ਪਰਮੇਸ਼ਰ ਦੀ ਪ੍ਰੀਤ ਦੇ ਨਾਲ ਇਸ ਤਰ੍ਹਾਂ ਬਿੰਨ ਹੋ ਜਾਂਦਾ, ਫਿਰ ਕਹਿੰਦੇ ਜਿਵੇਂ ਤੀਰ ਦਾ ਬਿੰਨਿਆ ਹੁੰਦਾ, ਫਿਰ ਉਹ ਪਰਮੇਸ਼ਰ ਨੂੰ ਯਾਦ ਕੀਤੇ ਤੋਂ ਬਿਨਾਂ ਰਹਿ ਨਹੀਂ ਸਕਦਾ ਜੀ। ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ, ਪਰਮੇਸ਼ਰ ਦਾ ਦੀਦਾਰ ਕਰੇ ਤੋਂ ਬਿਨਾਂ।
ਜਿਵੇਂ ਕਹਿੰਦੇ ਮੱਛੀ ਪਾਣੀ ਤੋਂ ਬਿਨਾਂ ਮਰਦੀ ਆ, ਨਾਮ ਤੋਂ ਬਿਨਾਂ, ਇਸ ਤਰ੍ਹਾਂ ਮੈਨੂੰ ਆਤਮਿਕ ਮੌਤ ਆਉਂਦੀ ਹੈ। ਕਹਿੰਦੇ ਹੇ ਪਰਮੇਸ਼ਰ ਜੀ, ਕਿਰਪਾ ਕਰਕੇ ਮੈਨੂੰ ਆਪਣਾ ਅੰਮ੍ਰਿਤ ਰੂਪੀ ਨਾਮ ਦਿਓ। ਕਹਿੰਦੇ ਮੈਂ ਆਪਣੇ ਅੰਤਰ ਆਤਮੇ ਤੇਰੇ ਨਾਮ ਦੀ ਮੰਗ ਕਰਦਾ। ਤੇਰੇ ਨਾਮ ਦੇ ਨਾਲ ਹੀ ਮੇਰੇ ਅੰਦਰ ਸ਼ਾਂਤੀ ਹੁੰਦੀ ਆ। ਨਾਮ ਹੈ ਅੰਦਰ ਹੀ, ਪਰ ਮੈਨੂੰ ਮਿਲ ਜਾਏ, ਮੈਨੂੰ ਉਹਦੀ ਪ੍ਰਾਪਤੀ ਹੋ ਜਾਏ ਤਾਂ ਕਿ ਅੰਦਰ ਸ਼ਾਂਤੀ ਹੋ ਜਾਏ। ਜਿਉਂ ਚਾਤ੍ਰਿਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨ ਜਾਈ। ਗੁਰਮੁਖ ਜਲ ਪਾਵੈ ਸੁਖ ਸਹਿਜੇ, ਹਰਿਆ ਪਾਏ ਸੁਪਾਈ। ਜਿਵੇਂ ਕਹਿੰਦੇ ਚਾਤ੍ਰਿਕ ਨੂੰ, ਪਪੀਹੇ ਨੂੰ ਸਵਾਂਤੀ ਬੂੰਦ ਦੀ, ਵਰਖਾ ਦੀ ਬੂੰਦ ਦੀ ਤਾਂਘ ਹੈ। ਕਹਿੰਦੇ ਇਸ ਤਰ੍ਹਾਂ ਵੀ ਮੇਰੀ ਪਿਆਸ ਵੀ ਤੇਰੇ ਅੰਮ੍ਰਿਤ ਜਲ ਤੋਂ ਬਿਨਾਂ ਜਾਂਦੀ ਨਹੀਂ ਹੈ। ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਜਿਹੜਾ ਜੀਵ ਤੇਰਾ ਅੰਮ੍ਰਿਤ ਰੂਪੀ ਨਾਮ ਪਾ ਲੈਂਦਾ, ਉਹਦਾ ਫਿਰ ਆਤਮਿਕ ਜੀਵਨ ਹਮੇਸ਼ਾ ਹੀ ਖਿੜਿਆ ਰਹਿੰਦਾ ਹੈ। ਮਨ ਮੁਖ ਭੂਖੇ ਦਹਿ ਦਿਸ ਡੋਲੇ, ਬਿਨ ਨਾਵੈ ਦੁਖ ਪਾਈ। ਜਨਮ ਮਰੈ ਫਿਰ ਜੋਨੀ ਆਵੈ, ਦਰਗਹਿ ਮਿਲੈ ਸਜਾਈ। ਜਿਹੜੇ ਕਹਿੰਦੇ ਮਨਮੁਖ ਨੇ, ਉਹ ਮਾਇਆ ਦੇ ਵੱਲੋਂ ਭੁੱਖੇ ਰਹਿੰਦੇ ਨੇ, ਦਸਾਂ ਦਿਸ਼ਾ ਵਿੱਚ ਭੱਜ ਦੌੜ ਕਰਦੇ ਨੇ, ਨਾਮ ਤੋਂ ਬਿਨਾਂ ਬੜਾ ਦੁੱਖ ਪਾਉਂਦੇ ਨੇ। ਫਿਰ ਉਹਨਾਂ ਦਾ ਜਨਮ ਮਰਨ ਹੁੰਦਾ ਰਹਿੰਦਾ, ਪਰਮਾਤਮਾ ਦੀ ਦਰਗਾਹ ਵਿੱਚ ਬੜਾ ਦੁੱਖ ਪਾਉਂਦੇ ਨੇ, ਬੜੀਆਂ ਸਜ਼ਾਵਾਂ ਭੋਗਣੀਆਂ ਪੈਂਦੀਆਂ ਨੇ। ਕਿਰਪਾ ਕਰੇ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ। ਨਾਨਕ ਦੀਨ ਦਿਆਲ ਪਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਕਹਿੰਦੇ ਜਿਸ ਜੀਵ 'ਤੇ ਪਰਮੇਸ਼ਰ ਜੀ ਆਪ ਕਿਰਪਾ ਕਰਦੇ ਨੇ, ਉਹ ਜੀਵ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ, ਅੰਤਰ ਆਤਮੇ ਨਾਮ ਰਸ ਚੱਖਦੇ ਨੇ। ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਜੀ ਹਮੇਸ਼ਾ ਹੀ ਸਾਡੇ ਦੀਨਾਂ 'ਤੇ ਦਿਆਲ ਨੇ। ਗੁਰੂ ਦੇ ਸ਼ਬਦ ਦੇ ਰਾਹੀਂ ਸਾਡੀ ਮਾਇਆ ਦੀ ਤ੍ਰਿਸ਼ਨਾ ਬੁਝਾ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਸੋਠ ਮਹੱਲਾ ਚੌਥਾ ਪੰਚ ਪਦਾ। ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਪੀਤਰ, ਤਾਂ ਭ੍ਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਗੁਰਮਤਿ ਰਾਮ ਨਾਮ ਪਰਗਾਸੋ, ਸਦਾ ਰਹੋ ਸਰਨਾਈ। ਰਹਾਓ। ਹਾਂਜੀ ਸੰਗਤ ਜੀ, ਗੁਰੂ ਰਾਮਦਾਸ ਜੀ ਕਹਿੰਦੇ ਨੇ ਜਦੋਂ ਜੀਵ ਆਪਣਾ ਨਾਂ ਜਿੱਤਿਆ ਜਾਣ ਵਾਲਾ ਮਨ, ਅਜਿੱਤ ਮਨ ਜਿੱਤ ਲੈਂਦਾ, ਫਿਰ ਉਹਨੂੰ ਆਤਮਿਕ ਤੌਰ 'ਤੇ ਸਫਲਤਾ ਮਿਲਦੀ ਆ। ਅਤੇ ਜਿਹੜੀ ਉਹਦੀ ਮੱਤ ਹੁੰਦੀ ਆ, ਉਹ ਬੜੀ ਸਿਆਣੀ ਹੋ ਜਾਂਦੀ ਆ, ਉਹ ਵਿਕਾਰਾਂ ਤੋਂ ਰਹਿਤ ਹੋ ਜਾਂਦਾ। ਉਹਦੇ ਅੰਦਰ ਪਰਮੇਸ਼ਰ ਦੇ ਪ੍ਰੇਮ ਵਾਲੇ ਤੀਰ ਲੱਗਦੇ ਨੇ ਅਤੇ ਉਹਦੀ ਸਾਰੀ ਭਟਕਣਾ ਖਤਮ ਹੋ ਜਾਂਦੀ ਆ। ਕਹਿੰਦੇ ਹੇ ਪਰਮੇਸ਼ਰ ਜੀ, ਸਾਨੂੰ ਆਪਣੀ ਸਿਫਤ ਸਲਾਹ ਦੀ ਵਡਿਆਈ ਦਿਓ। ਗੁਰੂ ਦੀ ਮੱਤ 'ਤੇ ਚੱਲ ਕੇ ਕਹਿੰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਪ੍ਰਗਾਸ ਹੋ ਜਾਂਦਾ, ਇਸ ਲਈ ਗੁਰੂ ਦੀ ਸਦਾ ਹੀ ਸ਼ਰਨ ਰਹੀਏ। ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਹਰ ਜੀਉ ਕਿਰਪਾ ਕਰੋ ਗੁਰ ਮੇਲੋ, ਤਾਂ ਹਰ ਨਾਮ ਸਮਾਣਾ। ਕਹਿੰਦੇ ਹੇ ਮੇਰੇ ਅਣਜਾਣ ਮਨ, ਉਸ ਪਰਮੇਸ਼ਰ ਨੂੰ ਹਮੇਸ਼ਾ ਚੇਤੇ ਵਿੱਚ ਵਸਾ। ਇਹ ਸੰਸਾਰ ਤੇ ਖਤਮ ਹੋਣ ਵਾਲਾ ਹੈ ਅਤੇ ਤੇਰਾ ਵੀ ਫਿਰ ਆਉਣ ਜਾਣ ਦਾ ਚੱਕਰ ਬਣੇ ਰਹਿਣ ਵਾਲਾ ਹੈ। ਕਹਿੰਦੇ ਹੇ ਪਰਮੇਸ਼ਰ ਜੀ, ਕਿਰਪਾ ਕਰੋ ਗੁਰੂ ਦੇ ਨਾਲ ਮਿਲਾਪ ਕਰਾ ਦਿਓ, ਤਾਂ ਕਿ ਗੁਰੂ ਕੋਲੋਂ ਨਾਮ ਦੀ ਦਾਤ ਮਿਲ ਜੇ, ਨਾਮ ਦੇ ਰਾਹੀਂ ਸਾਡੀ ਸਮਾਈ ਤੁਹਾਡੇ ਵਿੱਚ ਹੋ ਜਾਏ। ਜਿਸ ਕੀ ਵਥ ਸੋਈ ਪ੍ਰਭ ਜਾਣੈ, ਜਿਸਨੋਂ ਦੇ ਸੋ ਪਾਏ। ਵਸਤ ਅਨੂਪ ਅਤ ਅਗੰਮ ਅਗੋਚਰ, ਗੁਰ ਪੂਰਾ ਅਲਖ ਲਖਾਏ। ਕਹਿੰਦੇ ਇਹ ਜੋ ਅੰਮ੍ਰਿਤ ਨਾਮ ਰੂਪੀ ਹੈ ਪਰਮਾਤਮਾ ਦੀ ਵੱਥ ਚੀਜ਼, ਇਹ ਪਰਮਾਤਮਾ ਹੀ ਜਾਣੇ ਵੀ ਕਿਹਨੂੰ ਦੇਣੀ ਹੈ। ਕਹਿੰਦੇ ਸਾਡੇ ਅੰਦਰ ਪਰਮੇਸ਼ਰ ਹੈ,
ਪਰਮੇਸ਼ਰ ਦਾ ਨਾਮ ਹੈ ਜੋ ਬੜਾ ਹੀ ਅਨੂਪ ਹੈ, ਜਿਸ ਨੂੰ ਕਿਸੇ ਹੋਰ ਉਦਾਹਰਨ ਦੇ ਕੇ ਉਪਮਾ ਨਹੀਂ ਕੀਤੀ ਜਾ ਸਕਦੀ। ਸਾਡੀ ਉਹਦੇ ਤੱਕ ਪਹੁੰਚ ਨਹੀਂ ਹੈ, ਪਰਮੇਸ਼ਰ ਤੱਕ ਸਾਡੀਆਂ ਗਿਆਨ ਇੰਦਰੀਆਂ ਉੱਥੇ ਪਹੁੰਚ ਨਹੀਂ ਸਕਦੀਆਂ। ਇਹ ਗੁਰੂ ਦੇ ਰਾਹੀਂ ਹੀ ਦੀਦਾਰ ਹੋ ਸਕਦੇ ਨੇ। ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਠਿਆਈ। ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰਖੈ ਲੁਕਾਈ। ਸਭ ਕਿਛ ਤੇਰਾ ਤੂੰ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੂੰ ਦਾਤ ਕਰੈ ਸੋ ਪਾਏ, ਜਨ ਨਾਨਕ ਅਵਰ ਨ ਕੋਈ। ਵਾਹਿਗੁਰੂ ਜੀ। ਕਹਿੰਦੇ ਜਿਸ ਜੀਵ ਨੇ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦਾ ਸਵਾਦ ਚੱਖ ਲਿਆ, ਉਹੀ ਜਾਣ ਸਕਦਾ ਵੀ ਇਹ ਕਿੰਨਾ ਮਿੱਠਾ। ਗੂੰਗੇ ਦੀ ਮਠਿਆਈ ਵਾਲੀ ਗੱਲ ਆ। ਗੂੰਗਾ ਮਠਿਆਈ ਖਾ ਤਾਂ ਲੈਂਦਾ, ਸਵਾਦ ਵੀ ਉਹਨੂੰ ਬੜਾ ਆਉਂਦਾ, ਪਰ ਕਿਸੇ ਨੂੰ ਉਹ ਬੋਲ ਕੇ ਦੱਸ ਨਹੀਂ ਨਾ ਸਕਦਾ, ਵਿਚਾਰਾ ਕੋਈ ਬੇਜਵਾਨ ਆ। ਇਸ ਤਰ੍ਹਾਂ ਹੀ ਜਿਹੜਾ ਕੋਈ ਜੀਵ ਅੰਮ੍ਰਿਤ ਰੂਪੀ ਨਾਮ ਦਾ ਰਸ ਚੱਖ ਲੈਂਦਾ, ਉਹ ਆਪ ਤੇ ਸਵਾਦ ਚੱਖ ਲੈਂਦਾ, ਪਰ ਦੂਜੇ ਨੂੰ ਬਿਆਨ ਨਹੀਂ ਕਰ ਸਕਦਾ। ਕਰਨਾ ਵੀ ਚਾਹੇ ਦੂਜਾ ਸਮਝ ਨਹੀਂ ਸਕਦਾ। ਕਹਿੰਦੇ ਇਹ ਹੈ ਵੀ ਜੋ ਇਸ ਅੰਮ੍ਰਿਤ ਰੂਪੀ ਨਾਮ ਨੂੰ ਪਾ ਲੈਂਦਾ ਹੈ, ਇਹ ਰਤਨ ਹੈ। ਜਿਹੜਾ ਪਾ ਲੈਂਦਾ ਹੈ ਉਹ ਲੁਕਾ ਕੇ ਰੱਖਣਾ ਚਾਹੁੰਦਾ, ਕਿਉਂਕਿ ਪਰਮਾਤਮਾ ਉਹਦੇ ਅੰਦਰੋਂ ਹੰਕਾਰ ਖਤਮ ਕਰ ਦਿੰਦਾ। ਫਿਰ ਉਹਨੂੰ ਕੋਈ ਹੁੰਦਾ ਨਹੀਂ ਕਿ ਮੈਂ ਕਿਸੇ ਨੂੰ ਦੱਸਣਾ ਵੀ ਮੈਨੂੰ ਇਹ ਰਤਨ ਮਿਲ ਗਿਆ। ਪਰ ਕਹਿੰਦੇ ਲੁਕਿਆ ਨਹੀਂ ਰਹਿੰਦਾ। ਉਸ ਜੀਵ ਦੇ ਜਿਹੜੇ ਆਤਮਿਕ ਗੁਣ ਨੇ ਨਾ, ਉਹਨਾਂ ਦੇ ਰਾਹੀਂ ਇਹ ਪ੍ਰਗਟ ਹੋ ਜਾਂਦਾ ਕਿ ਇਸ ਜੀਵ ਨੇ ਸਵਾਦ ਚੱਖ ਲਿਆ। ਉਹ ਮਤਲਬ ਆਪ ਚਾਹੇ ਲੁਕਾਉਣਾ ਚਾਹੁੰਦਾ, ਪਰ ਇਹ ਲੁਕ ਨਹੀਂ ਸਕਦਾ। ਇਹਦੀ ਲਿਸ਼ਕ ਹੀ ਬੜੀ ਦੂਰ ਤੱਕ ਪੈਂਦੀ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਿੰਦੇ ਇਹ ਪਰਮੇਸ਼ਰ ਜੀ, ਤੂੰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਤੇ ਸਭ ਦਾ ਮਾਲਕ ਵੀ ਤੂੰ ਹੀ ਆ। ਸਭ ਕੁਝ ਤੇਰਾ ਹੀ ਹੈ, ਸਭ ਕੁਝ ਤੇਰਾ ਕੀਤਾ ਕਰਾਇਆ ਹੀ ਹੋ ਰਿਹਾ। ਜਿਸ ਨੂੰ ਕਹਿੰਦੇ ਤੂੰ ਇਹ ਦਾਤ ਦਿਨਾ ਨਾਮ ਦੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਿੰਦੇ ਉਹਨੂੰ ਹੀ ਇਹ ਦਾਤ ਮਿਲਦੀ ਆ ਨਾਮ ਦੀ। ਹੋਰ ਤੇਰੇ ਤੋਂ ਬਿਨਾ ਕੋਈ ਦੇਣ ਵਾਲਾ ਨਹੀਂ ਗਾ। ਤੇਰੇ ਦਿੱਤਿਆਂ ਹੀ ਮਿਲਦੀ ਆ। ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਮਿਲਦੀ ਆ। ਵਾਹਿਗੁਰੂ ਜੀ ਸਭ ਤੇ ਹੀ ਰਹਿਮਤ ਕਰਨ। ਵਾਹਿਗੁਰੂ, ਵਾਹਿਗੁਰੂ। ਸੋਰਠ ਮਹੱਲਾ ਪੰਜਵਾਂ। ਘਰ ਪਹਿਲਾ ਤੇ ਤੁਕੇ ਇੱਕ ਓਂਕਾਰ, ਸਤਿਗੁਰ ਪ੍ਰਸਾਦ। ਕਿਸ ਹੋ ਜਾਚੀ ਕਿਸ ਆਰਾਧੀ, ਜਾ ਸਭ ਕੋ ਕੀਤਾ ਹੋਸੀ। ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵ ਨਿਧ ਦੇਸੀ। ਹਰਿ ਜਿਉ ਤੇਰੀ ਦਾਤੀ ਰਾਜਾਂ, ਮਾਨਸ ਬਪੜਾ ਕਿਆ ਸਾਲਾਹੀ। ਕਿਆ ਤਿਸ ਕਾ ਮੁਹਤਾਜਾ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਜੀ ਦੀ ਬਾਣੀ ਸ਼ੁਰੂ ਹੋਈ ਹੈ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਹੋਰ ਕਿਹਦੀ ਆਰਾਧਨਾ ਕਰਾਂ, ਕਿਹਦੇ ਤੋਂ ਮੰਗਾਂ। ਕਹਿੰਦੇ ਜਦੋਂ ਸਭ ਕੁਛ ਤੇਰਾ ਹੀ ਦਿੱਤਾ ਮਿਲਦਾ ਤੇ ਸਭ ਕੁਛ ਤੇਰਾ ਹੀ ਕੀਤਾ ਹੁੰਦਾ। ਜੋ ਵੀ ਕਹਿੰਦੇ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ, ਕਿਸੇ ਵੀ ਗੁਣ ਕਾਰਨ, ਧਨ ਦੌਲਤ ਕਾਰਨ ਕੋਈ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਵੱਡਾ, ਸਦਾ ਤਾਂ ਉਹਨੇ ਵੀ ਨਹੀਂ ਰਹਿਣਾ। ਕਹਿੰਦੇ ਉਹਨੇ ਵੀ ਇੱਕ ਦਿਨ ਮਿੱਟੀ ਵਿੱਚ ਰਲ ਜਾਣਾ। ਰਹਿਣ ਵਾਲਾ ਹੈ ਤਾਂ ਤੂੰ ਹੈ ਪਰਮੇਸ਼ਰ ਜੀ। ਉਹ ਪਰਮੇਸ਼ਰ ਜਿਹਨੂੰ ਕਿਸੇ ਦਾ ਡਰ ਨਹੀਂ ਹੈ, ਜਿਹਦਾ ਕੋਈ ਆਕਾਰ ਨਹੀਂ ਹੈ, ਜੋ ਸਾਡੇ ਸਾਰੇ ਡਰ ਖਤਮ ਕਰਨ ਵਾਲਾ ਹੈ। ਜਿਹੜੀਆਂ 9 ਨਿਧੀਆਂ ਖਜ਼ਾਨੇ ਨੇ, ਇਹ ਵੀ ਉਹ ਪਰਮੇਸ਼ਰ ਹੀ ਦਿੰਦਾ ਜਿਹਨੂੰ ਦੇਵੇ। ਕਹਿੰਦੇ ਪਰਮੇਸ਼ਰ ਜੀ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਹੀ ਮੈਨੂੰ ਰੱਜ ਆਉਂਦਾ। ਹੋਰ ਕਹਿੰਦੇ ਕਿਸੇ ਮਨੁੱਖ ਨੂੰ ਦੀ ਮੈਂ ਸਿਫਤ ਸਲਾਹ ਕਿਉਂ ਕਰਾਂ, ਕਿਉਂ ਕਿਸੇ ਦੀ ਮੁਥਾਜੀ ਕਰਾਂ, ਜਦੋਂ ਸਾਰਾ ਕੁਛ ਦਿੱਤਾ ਹੋਇਆ ਤੇਤੋਂ ਹੀ ਮਿਲਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਫਿਰ ਤੇਰੇ ਤੋਂ ਹੀ ਮੰਗਾਂ ਨਾ,
ਤੇਰੇ ਅੱਗੇ ਅਰਦਾਸ ਕਰਾਂ, ਤੇਰੇ ਅੱਗੇ ਰਜੋਈ ਕਰਾਂ, ਤੇਰਾ ਹੀ ਨਾਮ ਜਪਾਂ। ਜਿਨ ਹਰ ਧਿਆਇਆ ਸਭ ਕਿਛ ਤਿਸ ਕਾ, ਤਿਸ ਕੀ ਭੂਖ ਗਵਾਈ। ਐਸਾ ਤਨ ਦੀਆ ਸੁਖ ਦਾਤੈ, ਨਿਖੁੱਟ ਨ ਕਬਹੀ ਜਾਈ। ਜਿਸ ਨੇ ਵੀ ਕਹਿੰਦੇ ਪਰਮੇਸ਼ਰ ਦਾ ਨਾਮ ਧਿਆਇਆ, ਉਸ ਨੂੰ ਜਗਤ ਦਾ ਸਭ ਕੁਛ ਮਿਲ ਜਾਂਦਾ, ਉਸ ਦੀਆਂ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ। ਪਰਮੇਸ਼ਰ ਉਹਨੂੰ ਇਸ ਤਰ੍ਹਾਂ ਦਾ ਆਪਣਾ ਨਾਮ ਧਨ ਦੇ ਦਿੰਦਾ ਜੋ ਕਦੇ ਖਤਮ ਨਹੀਂ ਹੁੰਦਾ, ਜਿਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ, ਅੱਗ ਸਾੜ ਨਹੀਂ ਸਕਦੀ, ਪਾਣੀ ਰੋੜ ਕੇ ਨਹੀਂ ਲੈ ਕੇ ਜਾ ਸਕਦਾ, ਤੇ ਕੋਈ ਉਸ ਨਾਮ ਧਨ ਨੂੰ ਕਿਸੇ ਕੋਲੋਂ ਖੋਹ ਨਹੀਂ ਸਕਦਾ। ਇਸ ਤਰ੍ਹਾਂ ਦਾ ਨਾਮ ਧਨ ਜਿਹਨੂੰ ਮਿਲਿਆ ਉਹ ਮਾਲਾ ਮਾਲ ਹੋ ਗਿਆ। ਆਨੰਦ ਪਿਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈ। ਜਦੋਂ ਕਹਿੰਦੇ ਸਤਿਗੁਰ ਦੇ ਰਾਹੀਂ ਜੀਵ ਦਾ ਮਿਲਾਪ ਪਰਮੇਸ਼ਰ ਨਾਲ ਹੋ ਜਾਂਦਾ, ਉਹ ਜੀਵ ਆਤਮਿਕ ਅਡੋਲਤਾ 'ਚ ਟਿਕ ਜਾਂਦਾ, ਹਮੇਸ਼ਾ ਉਹਨੂੰ ਆਨੰਦ ਬਣਿਆ ਰਹਿੰਦਾ। ਮਨ ਨਾਮ ਜਪ ਨਾਮ ਆਰਾਧ, ਅਨ ਦਿਨ ਨਾਮ ਵਖਾਣੀ। ਉਪਦੇਸ ਸੁਣ ਸਾਧ ਸੰਤਨ ਕਾ, ਸਭ ਚੂਕੀ ਕਾਣ ਜਮਾਣੀ। ਕਹਿੰਦੇ ਹੈ ਮੇਰੇ ਮਨ, ਹਮੇਸ਼ਾ ਹੀ ਪਰਮੇਸ਼ਰ ਦਾ ਨਾਮ ਜਪ, ਨਾਮ ਦੀ ਆਰਾਧਨਾ ਕਰ, ਨਾਮ ਉਚਾਰ। ਕਹਿੰਦੇ ਗੁਰੂ ਦਾ ਉਪਦੇਸ਼ ਸੁਣ ਕੇ ਕਹਿੰਦੇ ਸਾਰੀ ਜਮਾਂ ਦੀ ਜਿਹੜੀ ਮੁਸ਼ਿੰਦਗੀ ਆ, ਮੁਥਾਜੀ ਆ, ਸਭ ਘੱਟ ਹੋ ਜਾਂਦੀ ਆ, ਕਿ ਜਮ ਦੇ ਬਸ ਫਿਰ ਪੈਣਾ ਹੀ ਨਹੀਂ ਪੈਂਦਾ। ਉਪਦੇਸ਼ ਗੁਰੂ ਦਾ ਕੀ ਆ? ਨਾਮ ਜਪ। ਜਦੋਂ ਨਾਮ ਜਪਿਆ ਸਭ ਲੇਖਾ ਖਤਮ ਹੋ ਗਿਆ, ਫਿਰ ਜਮਾਂ ਦੇ ਨਾਲ ਵਾਹ ਪੈਂਦਾ ਹੀ ਨਹੀਂ। ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ। ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਿਆਲਾ। ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ। ਰਾਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ। ਰਾਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ। ਜਿਨ੍ਹਾਂ ਤੇ ਕਹਿੰਦੇ ਪਰਮੇਸ਼ਰ ਆਪ ਦਿਆਲ ਹੁੰਦਾ, ਉਹਨਾਂ ਨੂੰ ਕਹਿੰਦੇ ਗੁਰੂ ਦੀ ਬਾਣੀ ਪਿਆਰੀ ਲੱਗਦੀ ਆ, ਉਹ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਨੇ। ਕਹਿੰਦੇ ਹੇ ਪਰਮੇਸ਼ਰ ਜੀ, ਤੇਰੀ ਕੀਮਤ ਕੌਣ ਪਾ ਸਕਦਾ? ਤੂੰ ਸਾਰਿਆਂ ਜੀਆਂ 'ਤੇ ਦਿਆਲੂ ਹੈ, ਸਾਰਿਆਂ 'ਤੇ ਦਇਆ ਕਰਨ ਵਾਲਾ ਹੈ, ਕਿਰਪਾਲੂ ਹੈ। ਸਭ ਕੁਛ ਕਹਿੰਦੇ ਤੇਰਾ ਕੀਤਾ ਹੀ ਸੰਸਾਰ ਵਿੱਚ ਹੋ ਰਿਹਾ ਹੈ, ਸਾਡੀ ਜੀਵਾਂ ਦੀ ਕੀ ਪਾਇਆ ਹੈ। ਕਹਿੰਦੇ ਹੇ ਪਰਮੇਸ਼ਰ ਜੀ, ਨਾਨਕ ਵੀ ਤੁਹਾਡਾ ਦਾਸ ਹੈ, ਇਸ ਦਾਸ ਦੀ ਵੀ ਇਸ ਤਰ੍ਹਾਂ ਰੱਖਿਆ ਕਰੋ, ਇਸ ਤਰ੍ਹਾਂ ਪ੍ਰਤਿਪਾਲਣਾ ਕਰੋ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਦੀ ਕਰਦਾ ਹੈ। ਇਸ ਤਰ੍ਹਾਂ ਕਹਿੰਦੇ ਦਾਸ 'ਤੇ ਕਿਰਪਾਲੂ ਹੋ ਜਾਓ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।